ਕਿਸੇ ਸ਼ਹਿਰ ਵਿੱਚ ਸੰਤੂ ਨਾਮ ਦਾ ਇੱਕ ਪੂਰਬੀਆ ਮੋਚੀ ਰਹਿੰਦਾ ਸੀ। ਵੱਡੇ ਸ਼ਹਿਰਾਂ ਵਿੱਚ ਮਕਾਨਾਂ ਦੇ ਕਿਰਾਏ ਲਹੂ ਪੀਂਦੇ ਹਨ। ਇਸ ਲਈ ਸੰਤੂ ਨੇ ਇੱਕ ਵੱਡੇ ਮਕਾਨ ਦਾ ਹੀ ਭੋਰਾ ਹੀ ਕਿਰਾਏ 'ਤੇ ਲਿਆ ਹੋਇਆ ਸੀ, ਜਿਸ ਦੀ ਖਿੜਕੀ ਬਾਜ਼ਾਰ ਵੱਲ ਸੀ। ਇਸ ਖਿੜਕੀ ਦੇ ਵਿੱਚੋਂ ਸੰਤੂ ਨੂੰ ਆਉਣ ਜਾਣ ਵਾਲਿਆਂ ਦੇ ਪੈਰ ਨਜ਼ਰ ਆਉਂਦੇ ਸਨ ਔਰ ਸੰਤੂ ਲੋਕਾਂ ਨੂੰ ਪੈਰਾਂ ਤੋਂ ਪਛਾਣਦਾ ਸੀ। ਉਸਨੂੰ ਇੱਥੇ ਰਹਿੰਦਿਆਂ ਕਈ ਸਾਲ ਬੀਤ ਗਏ ਔਰ ਉਸਦੇ ਬਥੇਰੇ ਲੋਕ ਜਾਣੂ ਹੋ ਗਏ। ਬਾਜ਼ਾਰ ਵਿੱਚ ਹੀ ਭਾਵੇਂ ਕੋਈ ਜੁੱਤੀ ਅਜਿਹੀ ਲੰਘਦੀ ਹੋ ਜਿਸ ਨੂੰ ਸੰਤੂ ਨੇ ਸੀਤਾ ਜਾਂ ਗੰਢਿਆ ਨਾ ਹੋਵੇ। ਕੰਮ ਸੁਥਰਾ ਕਰਦਾ ਸੀ, ਚਮੜਾ ਚੰਗਾ ਤੇ ਪੈਸੇ ਵੀ ਵਾਜਬੀ ਲਾਉਂਦਾ ਸੀ, ਡੋਰ ਪੱਕੀ ਵਰਤਦਾ ਸੀ। ਇਸ ਲਈ ਲੋਕ ਇਸ ਨੂੰ ਬਹੁਤ ਕੰਮ ਦਿੰਦੇ ਸਨ। ਝੂਠੇ ਲਾਰੇ ਇਸ ਨੇ ਕਦੀ ਨਹੀਂ ਸਨ ਲਾਏ। ਜੇ ਕੰਮ ਸਮੇਂ ਸਿਰ ਕਰ ਸਕਦਾ ਸੀ ਤਾਂ ਹੱਥ ਪਾਉਂਦਾ ਸੀ, ਨਹੀਂ ਤਾਂ ਪਹਿਲਾਂ ਹੀ ਜਵਾਬ ਦੇ ਦਿੰਦਾ ਸੀ। ਇਹਨਾਂ ਗੁਣਾਂ ਦੇ ਕਾਰਨ ਸੰਤੂ ਨੂੰ ਕੰਮ ਦਾ ਕੋਈ ਘਾਟਾ ਨਹੀਂ ਸੀ। ਚੰਗਾ ਆਦਮੀ ਸੀ ਔਰ ਹੁਣ ਬੁੱਢੇ ਹੋਇਆਂ ਉਸ ਨੂੰ ਰੱਬ ਵਾਲੇ ਪਾਸੇ ਦਾ ਫਿਕਰ ਲੱਗਾ। ਜਦ ਉਹ ਜਵਾਨ ਸੀ ਤਾਂ ਇੱਕ ਦੁਕਾਨਦਾਰ ਦੀ ਨੌਕਰੀ ਕਰਦਾ ਸੀ ਤਾਂ ਉਸਦੀ ਵਹੁਟੀ ਮਰ ਗਈ ਅਤੇ 3 ਵਰ੍ਹਿਆਂ ਦਾ ਮੁੰਡਾ ਛੋੜ ਗਈ। ਸੰਤੂ ਦਾ ਖਿਆਲ ਇਸ ਮੁੰਡੇ ਨੂੰ ਆਪਣੀ ਭੈਣ ਪਾਸ ਭੇਜਣ ਦਾ ਹੋਇਆ, ਪਰ ਫਿਰ ਇਸ ਦੇ ਮਨ 'ਤੇ ਪਤਾ ਨਹੀਂ ਕੀ ਆਖਿਆ। ਮਾਲਕ ਦੀ ਨੌਕਰੀ ਛੱਡ ਕੇ ਸੰਤੂ ਨੇ ਇਸ ਨੂੰ ਭੋਰੇ ਵਿੱਚ ਆਪਣੀ ਦੁਕਾਨ ਪਾ ਲਈ ਔਰ ਮੁੰਡੇ ਨੂੰ ਆਪਣੇ ਕੋਲ ਰੱਖ ਕੇ ਪਾਲਦਾ ਰਿਹਾ। ਰੱਬ ਡਾਢੇ ਦੀਆਂ ਖੇਡਾਂ। ਮੁੰਡਾ ਜਦੋਂ 16 ਵਰ੍ਹਿਆਂ ਦਾ ਗੱਭਰੂ ਹੋਇਆ ਤੇ ਪਿਓ ਨੂੰ ਕੁਝ ਖੱਟ ਕੇ ਖਵਾਉਣ ਜੋਗਾ ਬਣਿਆ ਤਾਂ 7 ਦਿਨ ਮੋਹਰ ਕੇ ਤਾਪ ਦੇ ਪਿੱਛੋਂ ਉਹ ਵੀ ਮਰ ਗਿਆ ਔਰ ਸੰਤੂ ਇਕੱਲਾ ਹੀ ਰਹਿ ਗਿਆ। ਆਪਣੇ ਪੁੱਤਰ ਦਾ ਸੰਸਕਾਰ ਔਰ ਕਿਰਿਆ ਕਰਮ ਕਰਕੇ ਸੰਤੂ ਨੂੰ ਦੁਨੀਆ ਹਨੇਰ ਔਰ ਰੱਬ ਆਪਣਾ ਵੈਰੀ ਦਿਸੇ। ਕਈ ਵਾਰੀ ਉਸਨੇ ਪ੍ਰਾਰਥਨਾ ਕੀਤੀ, ਰੱਬਾ ਹੁਣ ਮੈਨੂੰ ਵੀ ਸੱਦ ਲੈ, ਮੇਰਾ ਮੁੰਡਾ ਲਿਆਈ, ਮੈਨੂੰ ਕਾਹਨੂੰ ਛੱਡਿਆਈ, ਮੈਨੂੰ ਬੁੱਢੇ ਨੂੰ ਮੌਤ ਕਿਉਂ ਨਹੀਂ ਆਉਂਦੀ। ਇਸ ਪ੍ਰਕਾਰ ਲੱਕ ਤੇ ਦਿਲ ਟੁੱਟਿਆ ਉਸਨੇ ਮੰਦਰ ਵਿੱਚ ਜਾਣਾ ਵੀ ਛੱਡ ਦਿੱਤਾ। ਇੱਕ ਦਿਨ ਸੰਤੂ ਦੇ ਪਿੰਡ ਦਾ ਇੱਕ ਭਲਾ ਪੁਰਸ਼ ਤੀਰਥ ਯਾਤਰਾ ਤੋਂ ਮੁੜਿਆ ਹੋਇਆ ਰਾਹ ਵਿੱਚ ਸੰਤੂ ਪਾਸ ਆ ਠਹਿਰਿਆ। ਸੰਤੂ ਨੇ ਆਪਣੇ ਦਿਲ ਦਾ ਹਾਲ ਉਸਨੂੰ ਖੋਲ੍ਹ ਸੁਣਾਇਆ ਤੇ ਆਖਣ ਲੱਗਾ, ਮਹਾਤਮਾ ਜੀ, ਮੈਨੂੰ ਜੀਵਨ ਦੀ ਹੁਣ ਕੋਈ ਇੱਛਾ ਨਹੀਂ। ਮੈਂ ਤਾਂ ਹਰ ਘੜੀ ਰੱਬ ਪਾਸੋਂ ਮੌਤ ਮੰਗਦਾ ਹਾਂ। ਮੇਰਾ ਹੁਣ ਕੌਣ ਸਹਾਰਾ ਰਿਹਾ ਹੈ। ਬੁੱਢੇ ਮਹਾਤਮਾ ਨੇ ਆਖਿਆ, ਸੰਤੂ, ਇਉਂ ਨਹੀਂ ਆਖੀਦਾ। ਸਾਨੂੰ ਰੱਬ ਦੇ ਕੰਮਾਂ ਦਾ ਕੀ ਪਤਾ। ਸਾਰਾ ਕਾਰਖਾਨਾ ਸਾਡੀ ਅਕਲ ਨਾਲ ਨਹੀਂ, ਰੱਬ ਦੀ ਮਨਸ਼ਾ ਨਾਲ ਚੱਲ ਰਿਹਾ ਹੈ। ਜੇਕਰ ਤਾਰ ਨੂੰ ਇਹੀ ਪਾਉਂਦਾ ਸੀ ਕਿ ਤੇਰਾ ਮੁੰਡਾ ਜੰਮੇ ਔਰ 16 ਸਾਲ ਪਿੱਛੋਂ ਮਰ ਜਾਵੇ ਤਾਂ ਇਹੋ ਚੰਗੀ ਗੱਲ ਹੈ। ਜਿਹੜਾ ਤੂੰ ਨਿਰਾਸ਼ ਹੋਇਆ ਹੈ ਉਸ ਦਾ ਇਹ ਕਾਰਨ ਹੈ ਕਿ ਤੂੰ ਨਿਰੋਲ ਆਪਣੇ ਵਾਸਤੇ ਜੀਵਨ ਦੀ ਇੱਛਾ ਰੱਖਦਾ ਹੈ। ਸੰਤੂ ਨੇ ਪੁੱਛਿਆ, ਹੋਰ ਮੈਂ ਕਿਹਦੇ ਵਾਸਤੇ ਜੀਵਾਂ। ਮਹਾਤਮਾ ਨੇ ਆਖਿਆ, ਸੰਤੂ, ਰੱਬ ਦੇ ਵਾਸਤੇ ਜੀਓ। ਉਸਨੇ ਤੈਨੂੰ ਜਾਨ ਦਿੱਤੀ ਹੈ, ਤੂੰ ਉਸਦੇ ਵਾਸਤੇ ਜੀ। ਜਦ ਤੂੰ ਰਜ਼ਾ ਵਿੱਚ ਰਹਿਣਾ ਆਰੰਭ ਕਰਤਾ, ਦੁੱਖ ਹਟ ਜਾਵੇਗਾ ਤੇ ਤੈਨੂੰ ਹੁਣੇ ਹੀ ਸੁੱਖ ਭਾਸੇਗਾ। ਸੰਤੂ ਕੁਝ ਚਿਰ ਚੁੱਪ ਰਿਹਾ ਤੇ ਫਿਰ ਪੁੱਛਣ ਲੱਗਾ, ਰੱਬ ਦੀ ਰਜ਼ਾ ਵਿੱਚ ਕਿੱਦਾਂ ਜੀਵੀਏ। ਮਹਾਤਮਾ ਬੋਲਿਆ, ਇਹ ਗੱਲਾਂ ਸੰਤਾਂ ਮਹਾਤਮਾ ਦੀਆਂ ਹਨ। ਜੇ ਤੂੰ ਗੁਰਮੁਖੀ ਪੜ੍ਹ ਸਕਦਾ ਹੈ ਤਾਂ ਜਾ ਕੇ ਸੁਖਮਨੀ ਸਾਹਿਬ ਦਾ ਗੁਟਕਾ ਲੈ ਆ, ਤੈਨੂੰ ਉੱਥੋਂ ਪਤਾ ਲੱਗੇਗਾ ਕਿ ਰਜ਼ਾ ਕੀ ਹੈ। ਮਹਾਤਮਾ ਦੇ ਬਚਨ ਸੰਤੂ ਦੇ ਹਿਰਦੇ ਵਿੱਚ ਖੁੱਭ ਗਏ ਔਰ ਉਸਨੇ ਉਸੇ ਦਿਨ ਬਾਜ਼ਾਰੋਂ ਮੋਟੇ ਟਾਈਪ ਦਾ ਗੁਟਕਾ ਸਾਹਿਬ ਲਿਆ ਕੇ ਪਾਠ ਸ਼ੁਰੂ ਕੀਤਾ। ਇਹ ਪਾਠ ਉਹ ਹਰ ਰੋਜ਼ ਨੇਮ ਨਾਲ ਕਰਦਾ ਸੀ ਔਰ ਪਾਠ ਕੀਤਿਆਂ ਉਸਨੂੰ ਧੀਰਜ ਆਉਂਦਾ ਸੀ। ਕਿਸੇ ਰਾਤ ਉਸਦੇ ਦੀਵੇ ਵਿੱਚ ਤੇਲ ਮੁੱਕ ਜਾਵੇ ਪਰ ਉਸਦਾ ਜੀ ਗੁਟਕਾ ਸਾਹਿਬ ਛੱਡਣ ਨੂੰ ਨਾ ਕਰੇ। ਜਿਉਂ-ਜਿਉਂ ਪੜ੍ਹਦਾ ਗਿਆ ਉਸਨੂੰ ਪਤਾ ਲੱਗਾ ਕਿ ਰੱਬ ਉਸ ਤੋਂ ਕੀ ਮੰਗਦਾ ਹੈ ਅਤੇ ਰੱਬ ਦੀ ਰਜ਼ਾ ਵਿੱਚ ਕਿੱਦਾਂ ਰਹੀਦਾ ਹੈ। ਉਸਦਾ ਮਨ ਫੁੱਲਾਂ ਵਾਂਗ ਹੌਲਾ ਹੁੰਦਾ ਗਿਆ। ਇਸ ਤੋਂ ਪਹਿਲਾਂ ਸੌਣ ਲੱਗਿਆ ਉਸਦਾ ਮਨ ਉਦਾਸੀ ਤੇ ਚਿੰਤਾ ਭਰਿਆ ਹੋਇਆ ਰਹੇ ਤੇ ਆਪਣੇ ਮੁੰਡੇ ਨੂੰ ਯਾਦ ਕਰਕੇ ਰੱਬ ਨੂੰ ਗਾਲਾਂ ਕੱਢਿਆ ਕਰੇ। ਹੁਣ ਸੌਣ ਲੱਗਿਆ ਸੰਤੂ ਆਖਦਾ ਸੀ, ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੋ ਬਸੇਰਾ, ਨਿਜ ਘਰ ਮਹਿਲ ਪਾਵੋ, ਸੁਖ ਸਹਜੇ, ਬਹੁਰ ਨਾ ਹੋਏਗੋ ਫੇਰਾ। ਹੁਣ ਤੋਂ ਸੰਤੂ ਦਾ ਜੀਵਨ ਬਦਲ ਗਿਆ। ਅੱਗੇ ਉਹ ਉਦਾਸੀ ਨੂੰ ਦੂਰ ਕਰਨ ਲਈ ਕਦੀ-ਕਦੀ ਘੁੱਟ ਪੀ ਲੈਂਦਾ ਸੀ ਤੇ ਨਸ਼ਾ ਭਾਵੇਂ ਨਾ ਚੜ੍ਹੇ ਪਰ ਲੋਕਾਂ ਨੂੰ ਮਖੌਲ ਕਰਨ ਲੱਗ ਜਾਂਦਾ ਸੀ। ਕਿਸੇ ਨੂੰ ਗਾਲਾਂ ਵੀ ਕੱਢ ਪੈਂਦਾ ਸੀ। ਹੁਣ ਇਹ ਗਾਲਾਂ ਛੁੱਟ ਗਈਆਂ। ਉਸਦੇ ਜੀਵਨ ਵਿੱਚ ਆਧਾਰ ਤੇ ਸ਼ਾਂਤੀ ਆ ਗਈ। ਸਵੇਰ ਤੋਂ ਤਿਰਕਾਲਾਂ ਤੱਕ ਕੰਮ ਕਰਦਾ ਸੀ ਤੇ ਕੰਮ ਮੁਕਾ ਕੇ ਦੀਵੇ ਨੂੰ ਦੀਵਕੀ ਤੋਂ ਲਾ ਕੇ ਛੋਟੇ ਸਟੂਲ ਤੇ ਧਰਦਾ ਤੇ ਦਰੀ ਵਿੱਚੋਂ ਗੁਟਕਾ ਸਾਹਿਬ ਲਿਆ ਕੇ ਉਸਦਾ ਪਾਠ ਕਰਦਾ ਤੇ ਮੁੜ ਕੇ ਪੜ੍ਹਿਆ ਉਸਨੂੰ ਵਧੇਰੀ ਸਮਝ ਆਵੇ, ਮਨ ਹੌਲਾ ਤੇ ਰਸ ਭਰਿਆ ਜਾਪੇ। ਇੱਕ ਰਾਤ ਪਾਠ ਕਰਦਾ ਸੰਤੂ ਇਹਨਾਂ ਤੁਕਾਂ ਤੇ ਅਟਕ ਗਿਆ ਤੇ ਹੌਲੀ-ਹੌਲੀ ਪੜ੍ਹਨ ਲੱਗਾ। सगल सृष्ट को राजा दुखिया, हर का नाम जपत होए सुखिया, लाख करोरी बंद न परे, हर का नाम जपत निस्तरे, अनिक माया रंग तिख न बुझावे, हर का नाम जपत आघावे, जय मार्ग एह जात इकेला, तै हर नाम संग होत सुहेला, ऐसा नाम मन सदा ध्याइए, नानक गुरमुख परम गत पाइए।
ਇਸੇ ਸ਼ਬਦ ਨੂੰ ਮੁੜ ਪੜ੍ਹ ਕੇ ਉਸਦੇ ਮਨ ਨੂੰ ਧੀਰਜ ਆਵੇ। ਦੁੱਖ ਕੀ ਚੀਜ਼ ਹੈ, ਬੰਧਨ ਕਾਹਦੇ ਹਨ, ਤ੍ਰਿਸ਼ਨਾ ਕਿਸ ਗੱਲ ਦੀ ਹੈ ਅਤੇ ਇਹਨਾਂ ਦੁੱਖਾਂ ਔਰ ਵੇਦਨਾ ਦਾ ਇਲਾਜ ਕੀ ਹੈ। ਇਸ ਦਾ ਉਸਨੂੰ ਨਾਮ ਇੱਕੋ ਜਵਾਬ ਮਿਲਿਆ। ਫਿਰ ਨਾਮ ਨੂੰ ਸੋਚਦਾ ਉਹ ਅਗਾਂਹ ਪਾਠ ਕਰਨ ਲੱਗਾ ਤੇ ਇੱਥੇ ਪਹੁੰਚਿਆ। ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰੇ ਇੱਕ ਰੰਗ, ਨਾਨਾ ਬਿਧ ਕੀਨੋ ਬਿਸਥਾਰ, ਪ੍ਰਭ ਅਬਿਨਾਸੀ ਏਕ ਓੰਕਾਰ। नाना चलत करे खिन माहे, पूर रह्यो पूरन सब ठाए, नाना बिद कर बनत बनाई, अपनी कीमत आपे पाई, सब ते कट तिसके सब तिसके ठाओ, जप जप जीवे नानक हर नाओ। ਇੱਥੇ ਪਹੁੰਚ ਕੇ ਉਸ ਨੂੰ ਖਿਆਲ ਆਇਆ, ਜੇ ਰੱਬ ਸਾਰੇ ਘਟਾਂ ਵਿੱਚ ਵਸਦਾ ਹੈ ਔਰ ਸਾਰੇ ਨਾਉ ਉਸ ਦੇ ਹੀ ਹਨ ਤਾਂ ਮੈਨੂੰ ਕਿਉਂ ਨਹੀਂ ਦਿਸਦਾ ਕਿ ਮੈਨੂੰ ਵੀ ਕਦੇ ਰੱਬ ਦੇ ਦਰਸ਼ਨ ਹੋਣਗੇ। ਦਰਸ਼ਨ ਨਾਲ ਸ਼ਾਂਤੀ ਆਉਣੀ ਹੈ ਔਰ ਦਰਸ਼ਨ ਘਟਾਂ ਵਿੱਚ ਵਸ ਕੇ ਦਿੰਦਾ ਹੈ। ਮੈਨੂੰ ਵੀ ਕਦੀ ਝਲਕਾਰਾ ਵੱਜੇਗਾ। ਇਹੀ ਸੋਚਦਿਆਂ ਸੰਤੂ ਨੂੰ ਨੀਂਦਰ ਆ ਗਈ। ਦੀਵਾ ਜਗਦਾ ਰਿਹਾ ਤੇ ਸੰਤੂ ਊਂਘਦਾ ਰਿਹਾ। ਅਚਨਚੇਤ ਉਸਨੂੰ ਆਵਾਜ਼ ਕੰਨੀ ਪਈ। ਇਹ ਆਵਾਜ਼ ਇਉਂ ਸੀ ਜਿੱਦਾਂ ਕੋਈ ਉਸਦੇ ਕੰਨ ਦੇ ਪਾਸ ਬੋਲ ਰਿਹਾ ਹੋਵੇ। ਤਰਬਕ ਕੇ ਸੰਤੂ ਜਾਗਿਆ ਤੇ ਕਿਹਾ, ਕੌਣ ਹੈ? ਉਸਨੇ ਚਾਰੇ ਪਾਸੇ ਵੇਖਿਆ, ਦਰਵਾਜ਼ੇ ਵੱਲ ਵੇਖਿਆ, ਉੱਧਰ ਵੀ ਕੋਈ ਨਹੀਂ ਸੀ। ਉਸਨੇ ਡਰਦਿਆਂ ਹੌਲੀ ਜਿਹੀ ਫੇਰ ਕਿਹਾ, ਕੌਣ ਹੈ? ਤਾਂ ਉਸਨੂੰ ਬਿਲਕੁਲ ਸਾਫ਼ ਔਰ ਬਰੀਕ ਆਵਾਜ਼ ਕੰਨੀ ਪਈ, ਸੰਤੂ ਕੱਲ੍ਹ ਮੈਂ ਤੇਰੀ ਗਲੀ ਆਵਾਂਗਾ, ਮੈਨੂੰ ਵੇਖਣਾ ਹੀ ਤਾਂ ਉਡੀਕੀ। ਸੰਤੂ ਨੇ ਚੌਕੰਨੇ ਹੋ ਕੇ ਅੰਗੜਾਈ ਲਈ, ਫਰਸ਼ ਤੋਂ ਉੱਠਿਆ, ਅੱਖਾਂ ਨੂੰ ਮਲਿਆ, ਪਰ ਇਹ ਪਤਾ ਨਾ ਲੱਗੇ ਕਿ ਮੈਂ ਇਹ ਸੁਪਨਾ ਵੇਖਿਆ ਹੈ ਜਾਂ ਸੱਚੀ ਮੁੱਚੀ ਆਵਾਜ਼ ਪਈ ਹੈ। ਦੀਵਾ ਬੁਝਾ ਕੇ ਉਹ ਮੰਜੀ ਤੇ ਜਾ ਲੇਟਿਆ ਔਰ ਸੌਂ ਗਿਆ। ਦੂਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਉਸਨੇ ਇਸ਼ਨਾਨ ਪਾਣੀ ਕੀਤਾ ਔਰ ਆਪਣੇ ਕੰਮ ਤੇ ਆ ਬੈਠਾ। ਰਾਤ ਵਾਲੀ ਗੱਲ ਉਸਨੂੰ ਯਾਦ ਸੀ। ਕਦੀ ਉਹ ਇਸਨੂੰ ਸੁਪਨਾ ਸਮਝੇ ਤੇ ਕਦੀ ਆਖੇ ਆਵਾਜ਼ ਸੱਚੀ ਸੀ ਔਰ ਮੈਂ ਹੋਸ਼ ਹਵਾਸ ਵਿੱਚ ਕੰਨੀ ਸੁਣੀ ਸੀ। ਤੇ ਜੇ ਹੋਰ ਕੋਈ ਆਕਾਸ਼ਬਾਣੀ ਸੁਣਦੇ ਰਹੇ ਹਨ ਤਾਂ ਕੀ ਪਤਾ ਮੈਨੂੰ ਵੀ ਆਕਾਸ਼ਬਾਣੀ ਆਈ ਹੋਵੇ। ਇਹ ਸੋਚ ਵਿੱਚ ਉਹ ਬਾਰੀ ਦੇ ਪਾਸ ਬਹਿ ਕੇ ਔਰ ਉੱਥੇ ਹੀ ਆਰ ਧਾਗਾ ਔਰ ਅੱਧ ਸੀਤੀਆਂ ਜੁੱਤੀਆਂ ਫੜ ਕੇ ਕੰਮ ਨੂੰ ਜੁਟ ਗਿਆ। ਔਰ ਜਦ ਖੜਾਕੇ ਸੁਣੇ ਬੈਠਾ ਬਾਰੀ ਵਿੱਚੋਂ ਵੇਖ ਲਵੇ। ਜੇ ਕੋਈ ਓਪਰੀ ਜੁੱਤੀ ਹੋਵੇ ਤਾਂ ਸਿਰ ਚੁੱਕ ਕੇ ਉਤਾਂਹ ਵੇਖ ਲਵੇ। ਪਹਿਲਾਂ ਇੱਕ ਮਾਸ਼ਕੀ ਲੰਘਿਆ, ਫਿਰ ਕਸਾਈਆਂ ਦਾ ਇੱਕ ਮੁੰਡਾ ਦੌੜਦਾ ਗਿਆ ਅਤੇ ਫਿਰ ਇਸ ਦੇ ਪਿੱਛੋਂ ਇੱਕ ਬੁੱਢਾ ਮਿਹਤਰ ਪੁਰਾਣੇ ਫੌਜੀ ਬੂਟ ਪਾ ਕੇ ਹੌਲੀ ਆਇਆ। ਇਸ ਦਾ ਨਾਮ ਬਿਸ਼ਨਾ ਸੀ ਤੇ ਇਸਨੇ ਅਫਰੀਕਾ ਵਾਲੀ ਬੋਇਰਾਂ ਦੀ ਲੜਾਈ ਵਿੱਚ ਹਿੱਸਾ ਲਿਆ ਹੋਇਆ ਸੀ, ਪਰ ਹੁਣ ਬਹੁਤ ਬੁੱਢਾ ਹੋਣ ਦੇ ਕਾਰਨ ਪੈਨਸ਼ਨ 'ਤੇ ਸੀ। ਪੈਨਸ਼ਨ ਕੇਵਲ 3 ਰੁਪਏ ਮਹੀਨਾ ਸੀ, ਇਸ ਲਈ ਗਲੀਆਂ ਸਾਫ਼ ਕਰਕੇ ਉਹ ਕੁਝ ਹੋਰ ਰੁਪਏ ਬਣਾ ਲੈਂਦਾ ਸੀ ਔਰ ਇੱਦਾਂ ਗੁਜ਼ਾਰਾ ਤੋਰਦਾ ਸੀ। ਅੱਜ ਵੀ ਉਹ ਸਦਾ ਵਾਂਗ ਝਾੜੂ ਹੱਥ ਵਿੱਚ ਫੜ ਕੇ ਸਫਾਈ ਕਰਨ ਨੂੰ ਆਇਆ। ਸੰਤੂ ਮੂੰਹ ਵਿੱਚ ਆਖਣ ਲੱਗਾ, ਮੈਂ ਵੀ ਝੱਲਾ ਹੋ ਚੱਲਿਆ ਹਾਂ। ਬਿਸ਼ਨਾ ਮਿਹਤਰ ਝਾੜੂ ਚੁੱਕ ਕੇ ਆਇਆ ਹੈ ਤੇ ਮੈਂ ਉਸਨੂੰ ਰੱਬ ਦੇ ਭੁਲੇਖੇ ਸਿਰ ਚੁੱਕ ਕੇ ਵੇਖਦਾ ਹਾਂ। ਮੈਂ ਵੀ ਚੰਗਾ ਬੁੱਢਾ ਮੂਰਖ ਹਾਂ। ਜੁੱਤੀ ਦੇ ਤਲੇ ਨੂੰ 2 ਕੁ ਤੋਪੇ ਲਾ ਕੇ ਉਸਨੇ ਫਿਰ ਬਿਸ਼ਨੇ ਵੱਲ ਵੇਖਿਆ। ਪੋਹ ਦਾ ਮਹੀਨਾ, ਸਵੇਰ ਦਾ ਵਕਤ, ਕੰਕਰ ਪਵੇ ਔਰ ਹੱਥ ਪੈਰ ਆਕੜਦੇ ਜਾਵਨ। ਬਿਸ਼ਨਾ ਵਿਚਾਰਾ ਠੰਡੀ ਹਵਾ ਤੋਂ ਬਚਣ ਲਈ ਇੱਕ ਗੁੱਠ ਵਿੱਚ ਲੁਕਿਆ ਖੜਾ ਸੀ। ਬਿਰਧ ਅਵਸਥਾ, ਸਰੀਰ ਵਿੱਚ ਆਸੰਗ ਨਹੀਂ ਸੀ। ਝਾੜੂ ਕਿੱਦਾਂ ਦੇਵੇ? ਸੰਤੂ ਨੇ ਸੋਚਿਆ, ਵਿਚਾਰਾ ਬਹੁਤ ਬੁੱਢਾ ਹੈ, ਇਸ ਨੂੰ ਅੰਦਰ ਬੁਲਾ ਕੇ ਚਾਹ ਕਿਉਂ ਨਾ ਪਿਆਵਾਂ। ਆਪਣੀ ਆਰ ਨੂੰ ਠੋਕ ਕੇ ਸੰਤੂ ਉੱਠਿਆ ਤੇ ਤਾਂਬੀਆ ਚੁੱਲ੍ਹੇ ਤੇ ਧਰ ਕੇ ਪਾਣੀ ਉਬਲਣਾ ਧਰ ਦਿੱਤਾ। ਫਿਰ ਬਾਰੀ ਵਿੱਚ ਜਾ ਕੇ ਉਸਨੇ ਬਿਸ਼ਨੇ ਨੂੰ ਇਸ਼ਾਰਾ ਕੀਤਾ ਅਤੇ ਆਪ ਬੂਹਾ ਖੋਲ੍ਹਣ ਲਈ ਗਿਆ। ਬੂਹਾ ਖੋਲ੍ਹ ਕੇ ਉਸਨੇ ਆਖਿਆ, ਆ ਸੱਜਣਾ, ਅੰਦਰ ਆ ਕੇ ਅੱਗ ਸੇਕ। ਰੱਬ ਤੇਰਾ ਭਲਾ ਕਰੇ, ਮੇਰੀਆਂ ਤਾਂ ਹੱਡੀਆਂ ਵਿੱਚ ਪਾਲਾ ਵੜ ਗਿਆ ਹੈ। ਇਹ ਆਖ ਕੇ ਬਿਸ਼ਨਾ ਅੰਦਰ ਆਇਆ ਤੇ ਆਉਣ ਲੱਗਿਆਂ ਆਪਣੇ ਪੈਰਾਂ ਤੋਂ ਮਿੱਟੀ ਲਾਹੁਣ ਲੱਗਾ। ਸੰਭਲ ਨਾ ਸਕਿਆ ਤੇ ਡਿੱਗ ਪਿਆ। ਸੰਤੂ ਨੇ ਆਖਿਆ, ਜਾਣ ਵੀ ਦੇ, ਪੈਰ ਨਾ ਸਾਫ਼ ਕਰ, ਮੈਂ ਸਾਫ਼ ਆਪੇ ਝਾੜ ਲਵਾਂਗਾ। ਇੱਥੇ ਆ ਕੇ ਬਹਿ ਜਾ ਔਰ ਚਾਹ ਪੀ। ਇੱਕ ਗਲਾਸ ਚਾਹ ਦਾ ਭਰ ਕੇ ਉਸਨੇ ਬਿਸ਼ਨੇ ਨੂੰ ਦਿੱਤਾ ਤੇ ਦੂਜੇ ਛੰਨੇ ਵਿੱਚ ਪਾ ਕੇ ਆਪ ਪੀਣ ਲੱਗਾ। ਬਿਸ਼ਨੇ ਨੇ ਛੇਤੀ ਗਲਾਸ ਮੁਕਾ ਲਿਆ ਤੇ ਸੰਤੂ ਨੇ ਇੱਕ ਹੋਰ ਭਰ ਦਿੱਤਾ, ਪਰ ਚਾਹ ਪੀਂਦਿਆਂ ਵੀ ਸੰਤੂ ਦੀ ਨਜ਼ਰ ਬਾਜ਼ਾਰ ਵੱਲ ਰਹੀ, ਕਿਤੇ ਰੱਬ ਲੰਘ ਨਾ ਜਾਵੇ। ਬਿਸ਼ਨੇ ਪੁੱਛਿਆ, ਕਿਸ ਦੀ ਉਡੀਕ ਹੈ? ਸੰਤੂ, ਹੈ ਮੈਂ, ਆਹੋ ਗੱਲ ਤਾਂ ਕਮਲਿਆਂ ਵਾਲੀ ਹੈ, ਪਰ ਰਾਤ ਮੈਂ ਜੋ ਕੁਝ ਸੁਣਿਆ ਉਹ ਮੇਰੇ ਦਿਲ ਵਿੱਚੋਂ ਨਿਕਲਦਾ ਨਹੀਂ। ਪਤਾ ਨਹੀਂ ਉਹ ਸੁਪਨਾ ਸੀ ਕਿ ਸੱਚੀ ਗੱਲ ਸੀ। ਤੂੰ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ? ਬਿਸ਼ਨਾ, ਨਹੀਂ, ਮੈਂ ਮੂਰਖ ਮਿਹਤਰ, ਮੈਂ ਤਾਂ ਪਾਪੀ ਹਾਂ, ਮੈਨੂੰ ਪਾਠ ਦਾ ਕੀ ਪਤਾ। ਸੰਤੂ, ਮੈਂ ਰਾਤ ਪਾਠ ਕਰਦਾ ਸਾਂ, ਪਾਠ ਪਿੱਛੋਂ ਕੁਝ ਊਂਘ ਜਿਹੀ ਆ ਗਈ ਤੇ ਮੇਰੇ ਕੰਨ ਵਿੱਚ ਆਵਾਜ਼ ਪਈ, ਸੰਤੂ ਕੱਲ੍ਹ ਮੈਂ ਤੇਰੀ ਗਲੀ ਆਵਾਂਗਾ, ਮੈਨੂੰ ਵੇਖਣਾ ਹੀ ਤਾਂ ਉਡੀਕੀ। ਮੈਂ ਸੋਚਦਾ ਸੀ ਭਾਈ ਸ਼ਾਂਤੀ ਰੱਬ ਦੇ ਨਾਮ ਵਿੱਚ ਹੈ, ਦਰਸ਼ਨ ਬਿਨਾਂ ਸ਼ਾਂਤੀ ਨਹੀਂ। ਕੀ ਮੈਂ ਵੀ ਕਦੀ ਦਰਸ਼ਨ ਕਰਾਂਗਾ? ਬਿਸ਼ਨੇ ਨੂੰ ਇਸ ਗੱਲ ਦੀ ਸਮਝ ਨਾ ਪਈ। ਉਸਨੇ ਗਿਲਾਸ ਮੁਕਾ ਕੇ ਮੂਧਾ ਰੱਖ ਦਿੱਤਾ, ਪਰ ਸੰਤੂ ਨੇ ਫੇਰ ਭਰ ਦਿੱਤਾ। ਸੰਤੂ,
ਪੀ ਮਿੱਤਰਾ ਪੀ। ਕੋਦਰੇ ਦੀ ਰੋਟੀ ਖਾਣ ਵਾਸਤੇ ਗੁਰੂ ਨਾਨਕ ਜੀ ਏਮਨਾਬਾਦ ਗਏ। ਮਾਈ ਦਾ ਖੱਦਰ ਦਾ ਚੋਲਾ ਪਹਿਨਣ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਅੱਪੜੇ। ਗਰੀਬਾਂ ਦੇ ਘਰ ਤਾਂ ਸਾਈਂ ਟੁਰ ਕੇ ਆਉਂਦਾ ਹੈ, ਜੇ ਊਂ ਨਾ ਕਰੇ ਤਾਂ ਗਰੀਬਾਂ ਦੀ ਜਾ ਕਿੱਥੇ। ਤੀਰਥ ਯਾਤਰਾ, ਪੁੰਨ ਦਾਨ, ਅਮੀਰਾਂ ਦੇ ਕੰਮ। ਅਸੀਂ ਤਾਂ ਘਰ ਆਏ ਰੱਬ ਨੂੰ ਸੁੱਕੀ ਰੋਟੀ ਤੇ ਰੁੱਖੀ ਚਾਹ ਦੇ ਸਕਦੇ ਹਾਂ, ਪਰ ਸਾਈਂ ਹੋਇਆ ਜੋ ਗਰੀਬਾਂ ਦਾ ਪਾਤਸ਼ਾਹ ਆਪੇ ਕਦੀ ਆਵੇਗਾ। ਬਿਸ਼ਨੇ ਨੂੰ ਚਾਹ ਭੁੱਲ ਗਈ। ਉਸਦੀਆਂ ਅੱਖਾਂ 'ਚੋਂ ਹੰਝੂ ਵਗ ਤੁਰੇ ਤੇ ਗੋਲ ਗੋਲ ਅਥਰੂ ਗੱਲਾਂ ਤੋਂ ਉਤਰ ਕੇ ਤਲੇ ਡਿੱਗੇ। ਸੰਤੂ ਨੇ ਆਖਿਆ, ਹੋਰ ਚਾਹ ਪੀ ਪਈ ਸੱਜਣਾ। ਪਰ ਬਿਸ਼ਨੇ ਨੇ ਆਪਣੇ ਪਾਟੇ ਹੋਏ ਪਰਨੇ ਨਾਲ ਮੂੰਹ ਪੂੰਝਿਆ ਤੇ ਆਖਣ ਲੱਗਾ, ਬਸ ਸਾਈਂ ਤੈਨੂੰ ਨੇਕੀ ਦੇਵੇ, ਤੂੰ ਮੈਨੂੰ ਚਾਹ ਤੇ ਆਤਮ ਅੰਮ੍ਰਿਤ ਦੋਵੇਂ ਪਿਲਾਏ ਹਨ। ਸੰਤੂ, ਧੰਨ ਭਾਗ ਬਿਸ਼ਨਿਆ, ਫੇਰ ਵੀ ਆਵੀਂ। ਮੈਨੂੰ ਤੇਰੇ ਆਇਆਂ ਖੁਸ਼ੀ ਹੁੰਦੀ ਹੈ, ਜ਼ਰੂਰ ਦਰਸ਼ਨ ਦੇ ਜਾਵੀਂ। ਬਿਸ਼ਨਾ ਟੁਰ ਗਿਆ ਤੇ ਸੰਤੂ ਚਾਹ ਮੁਕਾ ਕੇ ਫੇਰ ਆਪਣੇ ਕੰਮ ਤੇ ਜਾ ਬੈਠਾ। ਕੰਮ ਕਰਦਾ ਕਰਦਾ ਫੇਰ ਬਾਰੀ ਥਾਣੀ ਵੇਖੇ ਤੇ ਬੈਠਾ ਰੱਬ ਨੂੰ ਉਡੀਕੇ। 2 ਸਿਪਾਹੀ ਲੰਘੇ ਤੇ ਫਿਰ ਇੱਕ ਮੋਚੀ, ਫੇਰ 2 ਪਟਿਆਰ ਨਾਲ ਲੜਦੀਆਂ ਲੰਘ ਗਈਆਂ। ਫਿਰ ਇੱਕ ਪੇਂਡੂ ਜਨਾਨੀ ਪੁਰਾਣੀ ਜੁੱਤੀ ਪਾਈ ਹੋਈ ਤੇ ਫਟਿਆ ਹੋਇਆ ਪਰਨਾ ਸਿਰ ਤੇ ਰੱਖੀ ਹੋਈ ਆਈ ਤੇ ਸੰਤੂ ਦੀ ਬਾਰੀ ਥੱਲੇ ਹਵਾ ਤੋਂ ਬਚਣ ਲਈ ਖਲੋ ਗਈ। ਸੰਤੂ ਨੇ ਦੇਖਿਆ ਕਿ ਇਸ ਜਨਾਨੀ ਦੇ ਕੁੱਛੜ ਦੁੱਧ ਪੀਂਦਾ ਬੱਚਾ ਹੈ, ਪਾਲੇ ਨਾਲ ਕੰਬਦਾ ਹੈ। ਮਾਂ ਉਸਦੇ ਉਧਾਲੇ ਕੱਪੜਾ ਦੇਣ ਦੀ ਕਰਦੀ ਹੈ, ਪਰ ਉਸ ਦੇ ਪਾਸ ਕੱਪੜਾ ਨਹੀਂ ਜੋ ਮੁੰਡੇ ਨੂੰ ਪਾਲੇ ਤੋਂ ਬਚਾਵੇ। ਬਾਰੀ ਵਿੱਚੋਂ ਸੰਤੂ ਨੇ ਮੁੰਡੇ ਦਾ ਰੋਣਾ ਤੇ ਮਾਂ ਦੇ ਮੂੰਹੋਂ ਨਾ ਮੇਰਾ ਬੱਚਾ ਦੀ ਆਵਾਜ਼ ਸੁਣੀ। ਉਹ ਉੱਠਿਆ ਤੇ ਦਰਵਾਜ਼ਾ ਖੋਲ੍ਹ ਕੇ ਉਸਨੂੰ ਆਖਣ ਲੱਗਾ, ਬੀਬੀ ਬੀਬੀ, ਬੱਚਾ ਅੰਦਰ ਆ ਜਾ। ਜਨਾਨੀ ਨੇ ਸੁਣ ਕੇ ਮੂੰਹ ਇੱਧਰ ਨੂੰ ਕੀਤਾ ਤੇ ਸੰਤੂ ਨੇ ਫੇਰ ਕਿਹਾ, ਬੀਬੀ ਬਾਹਰ ਮੁੰਡੇ ਨੂੰ ਲਈ ਫਿਰਦੀ ਹੈ, ਅੰਦਰ ਆ ਜਾ। ਇੱਥੇ ਆਣ ਕੇ ਮੁੰਡੇ ਤੇ ਕੱਪੜਾ ਪਾ, ਐਸ ਰਸਤੇ ਆ ਜਾ। ਜਨਾਨੀ ਹੈਰਾਨ ਤਾਂ ਹੋਈ ਕਿ ਇਹ ਐਨਕਾਂ ਵਾਲਾ ਬੁੱਢਾ ਕੌਣ ਹੈ, ਪਰ ਉਸ ਨੂੰ ਬਾਬਾ ਵੇਖ ਕੇ ਅੰਦਰ ਆ ਗਈ। ਸੰਤੂ ਨੇ ਉਸ ਨੂੰ ਮੰਜੇ ਤੇ ਬਿਠਾ ਲਿਆ ਤੇ ਅੰਗੀਠੀ ਉਸ ਦੇ ਨੇੜੇ ਕਰ ਦਿੱਤੀ ਤੇ ਆਖਣ ਲੱਗਾ, ਲੈ ਬੀਬੀ ਅੱਗ ਸੇਕ ਤੇ ਮੁੰਡੇ ਨੂੰ ਦੁੱਧ ਪਿਆ। ਜਨਾਨੀ, ਦੁੱਧ ਕਿੱਥੇ, ਮੈਨੂੰ ਰੋਟੀ ਖਾਦਿਆਂ 3 ਦਿਨ ਹੋ। ਔਰ ਉਸਨੇ ਮੁੰਡੇ ਨੂੰ ਛਾਤੀ ਦੇ ਨਾਲ ਲਾ ਲਿਆ। ਸੰਤੂ ਨੇ ਇੱਕ ਆਲੇ ਵਿੱਚੋਂ ਕੁਝ ਦੁੱਧ ਕੱਢਿਆ ਤੇ ਇੱਕ ਡਬਲ ਰੋਟੀ ਵਿੱਚ ਪਾ ਕੇ ਉਸਨੂੰ ਦੇ ਕੇ ਕਿਹਾ, ਬੈਠ ਜਾ ਪੁੱਤਰ, ਬੈਠ ਕੇ ਇਹ ਛਕ ਲੈ, ਮੈਂ ਤੇਰੇ ਮੁੰਡੇ ਨੂੰ ਹੂਟੇ ਦਿਆਂਗਾ। ਮੇਰੇ ਵੀ ਮੁੰਡੇ ਹੁੰਦੇ ਸਨ, ਮੈਨੂੰ ਪਤਾ ਹੈ ਕਿ ਨਿਆਣੇ ਕਿੱਦਾਂ ਖਿਡਾਈਦੇ ਹਨ। ਮੁੰਡੇ ਨੂੰ ਮੰਜੇ ਤੇ ਪਾ ਕੇ ਸੰਤੂ ਉਸਨੂੰ ਪਲਚਾਣ ਲਈ ਸੀਟੀ ਵਜਾਣ ਲੱਗਾ, ਪਰ ਬੁੱਢਾ ਬੰਦਾ ਸੀ, ਸੀਟੀ ਠੀਕ ਨਾ ਵੱਜੇ। ਫਿਰ ਉਸਨੇ ਆਪਣੀ ਉਂਗਲੀ ਮੁੰਡੇ ਦੇ ਮੂੰਹ ਦੇ ਨੇੜੇ ਲਿਜਾ ਕੇ ਪਿਛਾਂਹ ਕਰ ਲਈ। ਇਸ ਤਰ੍ਹਾਂ ਕਰਨ ਨਾਲ ਮੁੰਡੇ ਨੇ ਰੋਣਾ ਬੰਦ ਕਰ ਦਿੱਤਾ ਤੇ ਉਂਗਲੀ ਨੂੰ ਫੜਨ ਲੱਗਾ। ਹੌਲੀ ਹੌਲੀ ਮੁੰਡਾ ਖੁਸ਼ ਹੋ ਗਿਆ ਤੇ ਖਿੜਖਿੜਾ ਕੇ ਹੱਸ ਪਿਆ। ਜਨਾਨੀ ਡਬਲ ਰੋਟੀ ਤੇ ਦੁੱਧ ਪੀਂਦੀ ਰਹੀ ਅਤੇ ਆਪਣਾ ਹਾਲ ਦੱਸਦੀ ਰਹੀ। ਮੇਰਾ ਮਰਦ ਸਿਪਾਹੀ ਹੈ, 8 ਮਹੀਨੇ ਹੋ ਗਏ ਉਸਨੂੰ ਲਾਮ ਤੇ ਗਿਆ। ਮੈਂ ਪਹਿਲਾਂ ਤਾਂ ਇੱਕ ਘਰ ਵਿੱਚ ਨੌਕਰ ਸਾਂ, ਪਰ ਜਦ ਮੇਰਾ ਮੁੰਡਾ ਹੋਇਆ ਤਾਂ ਪਤਾ ਲੱਗਾ ਸੀ ਅਗਲੇ ਪਿੰਡ ਇੱਕ ਨੌਕਰਾਣੀ ਦੀ ਲੋੜ ਹੈ, ਉੱਥੇ ਚੱਲੀ ਸਾਂ। ਸੰਤੂ, ਤੇਰੇ ਪਾਸ ਮੁੰਡੇ ਲਈ ਗਰਮ ਕੱਪੜਾ ਕੋਈ ਨਹੀਂ? ਜਨਾਨੀ, ਕੱਪੜੇ ਕਿੱਥੇ ਹੋਣ, ਮੈਂ ਤਾਂ ਆਪਣੀ ਆਖਰੀ ਚਾਦਰ ਕੁੱਲ ਨੂੰ ਇੱਕ ਬਾਣੀਏ ਪਾਸ ਬੰਦ ਰੱਖ ਦਿੱਤੀ ਹੈ। ਜਨਾਨੀ ਨੇ ਦੁੱਧ ਮੁਕਾ ਕੇ ਮੁੰਡੇ ਨੂੰ ਚੁੱਕਿਆ ਤੇ ਤੁਰਨ ਲੱਗੀ। ਸੰਤੂ ਨੇ ਟੋਲ ਕੇ ਆਪਣਾ ਇੱਕ ਪੁਰਾਣਾ ਕੋਟ ਲਿਆ ਦਿੱਤਾ, ਲੈ ਇਹ ਲੈ ਲੈ, ਇਸ ਨਾਲ ਮੁੰਡੇ ਨੂੰ ਕੱਜ ਲੈ। ਜਨਾਨੀ ਨੇ ਪਹਿਲਾਂ ਕੋਟ ਵੇਖਿਆ, ਫਿਰ ਬੁੱਢੇ ਸੰਤੂ ਵੱਲ ਵੇਖਿਆ। ਉਸਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਕਹਿਣ ਲੱਗੀ, ਬਾਬਾ ਜੀ, ਮੈਨੂੰ ਤਾਂ ਕਿਤੇ ਆਪ ਨਿਰੰਕਾਰ ਨੇ ਤੋਂ ਸਾਡੇ ਘਰ ਭੇਜਿਆ, ਨਹੀਂ ਤਾਂ ਮੈਂ ਤੇ ਮੇਰਾ ਮੁੰਡਾ ਪਾਲੇ ਨਾਲ ਮਰ ਜਾਂਦੇ। ਤੇ ਸਾਨੂੰ ਰੱਬ ਨੇ ਬਾਰੀ ਵਿੱਚੋਂ ਵੇਖਣ ਲਈ ਆਖਿਆ ਤੇ ਮੈਂ ਗਰੀਬਣੀ ਬਚ ਗਈ। ਸੰਤੂ ਨੇ ਮੁਸਕਰਾ ਕੇ ਆਖਿਆ, ਹਾਂ ਠੀਕ ਹੈ, ਮੈਨੂੰ ਰੱਬ ਨੇ ਹੀ ਬਾਰੀ ਵਿੱਚੋਂ ਵੇਖਣ ਲਈ ਆਖਿਆ ਸੀ। ਫਿਰ ਉਸਨੇ ਰਾਤ ਦਾ ਸੁਪਨਾ ਤੇ ਬਾਰੀ ਵਿੱਚੋਂ ਬਾਹਰ ਝਾਕਣ ਦਾ ਕਾਰਨ ਦੱਸਿਆ। ਜਨਾਨੀ ਕਹਿਣ ਲੱਗੀ, ਕੀ ਪਤਾ ਸੱਚੀ ਗੱਲ ਹੋਵੇ, ਰੱਬ ਸਭ ਕੁਝ ਕਰ ਸਕਦਾ ਹੈ। ਇਉਂ ਕਹਿ ਕੇ ਉਸਨੇ ਅੱਧਾ ਕੋਟ ਆਪਣੇ ਉੱਪਰ ਤੇ ਅੱਧਾ ਮੁੰਡੇ ਉੱਪਰ ਲਪੇਟਿਆ। ਸੰਤੂ ਨੇ ਉਸ ਨੂੰ ਚਾਦਰ ਛਡਾਉਣ ਲਈ ਪੈਸੇ ਦਿੱਤੇ ਤੇ ਜਨਾਨੀ ਵਾਹ ਰੱਬ ਜੀ ਕਹਿੰਦੀ ਉੱਥੋਂ ਤੁਰ ਗਈ। ਜਨਾਨੀ ਦੇ ਟੁਰ ਜਾਣ ਤੇ ਸੰਤੂ ਫੇਰ ਆਪਣੇ ਕੰਮ ਤੇ ਲੱਗ ਗਿਆ, ਪਰ ਇੱਕ ਅੱਖ ਕੰਮ ਵੱਲ ਤੇ ਇੱਕ ਅੱਖ ਬਾਰੀ ਦੇ ਬਾਹਰ। ਕਈ ਲੋਕ ਲੰਘ ਗਏ, ਪਰ ਉਹਨਾਂ ਵਿੱਚੋਂ ਕੋਈ ਅਜਿਹਾ ਨਹੀਂ ਸੀ ਜਿਸ ਨੂੰ ਉਹ ਰੱਬ ਸਮਝ ਸਕੇ। ਥੋੜੇ ਚਿਰ ਪਿੱਛੋਂ ਸਿਓ ਵੇਚਣ ਵਾਲੀ ਇੱਕ ਜਨਾਨੀ ਉਸਦੀ ਬਾਰੀ ਪਾਸ ਆ ਖਲੋਤੀ। ਉਸਦੇ ਪਾਸ ਇੱਕ ਟੋਕਰੀ ਤਾਂ ਵੱਡੀ ਸੀ, ਪਰ ਸਿਓ ਥੋੜੇ ਰਹਿ ਗਏ ਸਨ। ਪਿੱਛੇ ਉਸਨੇ ਕੁਝ ਬਾਲਣ ਬੰਨਿਆ ਹੋਇਆ ਸੀ। ਬਾਰੀ ਦੇ ਪਾਸ ਖਲੋ ਕੇ ਉਸਨੇ ਟੋਕਰੀ ਰੱਖ ਦਿੱਤੀ ਔਰ ਪਿੱਠ ਵਾਲੇ ਬਾਲਣ ਵਿੱਚੋਂ ਜਿਹੜੀਆਂ ਲੱਕੜਾਂ ਚੁੱਭਦੀਆਂ ਸਨ ਉਹਨਾਂ ਨੂੰ ਠੀਕ ਕਰਨ ਲੱਗੀ। ਉਸਨੂੰ ਇੱਧਰ ਰੁੱਝਿਆ ਵੇਖ ਕੇ ਪਾਟੀ ਹੋਈ ਟੋਪੀ ਵਾਲਾ ਇੱਕ ਮੁੰਡਾ ਛੇਤੀ ਨਾਲ ਆਇਆ ਤੇ ਇੱਕ ਸਿਓ ਹੱਥ ਵਿੱਚ ਫੜ ਕੇ ਖਿਸਕਣ ਲੱਗਾ, ਪਰ ਸਿਆਂ ਵਾਲੀ ਮਾਈ ਨੂੰ ਉਸਨੂੰ ਕੁੜਤੇ ਤੋਂ ਫੜ ਲਿਆ। ਮੁੰਡੇ ਨੇ ਛਡਾਉਣ ਦਾ ਯਤਨ ਕੀਤਾ, ਪਰ ਮਾਈ ਨੇ ਦੋਹਾਂ ਹੱਥਾਂ ਨਾਲ ਫੜ ਕੇ ਉਸਦੀ ਫਟੀ ਹੋਈ ਟੋਪੀ ਲਾ ਕੇ ਔਹ ਮਾਰੀ ਤੇ ਉਸਨੂੰ ਜੂੰਡਿਆਂ 'ਤੇ ਫੜ ਲਿਆ। ਮੁੰਡਾ ਚੀਕਾਂ ਮਾਰੇ ਤੇ ਮਾਈ ਪਈ ਘੁਰਕੇ। ਸੰਤੂ ਨੇ ਆਰ ਸੂਆ ਝਟਪਟ ਸੁੱਟ ਕੇ ਬੂਹਾ ਖੋਲ੍ਹਿਆ।
ਮਾਈ ਉਸ ਮੁੰਡੇ ਨੂੰ ਵਾਲਾਂ ਤੋਂ ਫੜ ਕੇ ਘੜੀਸਦੀ ਪਈ ਸੀ ਤੇ ਕਹਿੰਦੀ ਸੀ, ਥਾਣੇ ਨੂੰ ਲੈ ਕੇ ਜਾਵਾਂਗੀ। ਮੁੰਡਾ ਚੀਕਦਾ ਸੀ, ਮੈਂ ਸਿਉ ਨਹੀਂ ਚੱਕਿਆ, ਮੈਨੂੰ ਕਿਉਂ ਮਾਰਨੀ ਏ, ਛੱਡ ਵੀ। ਸੰਤੂ ਨੇ ਇਹਨਾਂ ਨੂੰ ਛੁਡਾਇਆ ਤੇ ਮੁੰਡੇ ਨੂੰ ਹੱਥੋਂ ਫੜ ਕੇ ਕਹਿਣ ਲੱਗਾ, ਮਾਈ ਇਸ ਨੂੰ ਜਾਣ ਦੇ ਤੇ ਰੱਬ ਦੇ ਨਾਮ ਤੇ ਮਾਫ਼ ਕਰ ਦੇ। ਮੈਂ ਇਸ ਦੀ ਗੱਤ ਬਣਾਵਾਂਗੀ, ਸਾਰੀ ਉਮਰ ਯਾਦ ਰੱਖੇਗਾ। ਮੈਂ ਇਸ ਸ਼ੈਤਾਨ ਨੂੰ ਥਾਣੇ ਲੈ ਜਾਊਂ। ਸੰਤੂ ਨੇ ਮਾਈ ਦੇ ਤਰਲੇ ਕੱਢੇ, ਅੰਮਾ ਜਾਣ ਦੇ ਸੂ, ਫੇਰ ਨਾ ਕਰੇਗਾ, ਰੱਬ ਵਾਸਤੇ ਜਾਣ ਦੇ ਸੂ। ਜਨਾਨੀ ਨੇ ਉਸ ਨੂੰ ਛੱਡ ਦਿੱਤਾ। ਮੁੰਡਾ ਨੱਠਣਾ ਚਾਹੁੰਦਾ ਸੀ ਪਰ ਸੰਤੂ ਨੇ ਉਸ ਨੂੰ ਠਹਿਰਾ ਲਿਆ ਤੇ ਆਖਣ ਲੱਗਾ, ਬੁੱਢੀ ਮਾਈ ਤੋਂ ਮਾਫ਼ੀ ਮੰਗ ਤੇ ਮੁੜ ਕੇ ਇੱਦਾਂ ਨਾ ਕਰੀ, ਮੈਂ ਤੈਨੂੰ ਆਪ ਵੇਖਿਆ ਹੈ ਸਿਉ ਚੁੱਕਦਿਆਂ। ਮੁੰਡੇ ਨੇ ਰੋ ਕੇ ਮਾਫ਼ੀ ਮੰਗੀ। ਸੰਤੂ ਨੇ ਆਖਿਆ, ਹੁਣ ਠੀਕ ਹੈ, ਲੈ ਇਹ ਸਿਉ ਤੈਨੂੰ ਇਨਾਮ ਹੈ। ਇਹ ਆਖ ਕੇ ਉਸਨੇ ਮੁੰਡੇ ਨੂੰ ਇੱਕ ਸਿਉ ਫੜਾਇਆ ਤੇ ਮਾਈ ਨੂੰ ਮੁੱਲ ਕੋਲੋਂ ਦੇ ਹਿੱਤ ਮਾਈ ਬੋਲੀ। ਇਸੇ ਕਰਕੇ ਤੇ ਇਹ ਮੁੰਡੇ ਵਿਗੜਦੇ ਹਨ। ਇਸ ਮੁੰਡੇ ਨੂੰ ਬੈਂਤ ਵੱਜਣੇ ਚਾਹੀਦੇ ਸਨ। ਸੰਤੂ ਬੋਲਿਆ, ਮਾਈ ਤੈਨੂੰ ਕੀ ਪਤਾ, ਇਹ ਤਾਂ ਬੰਦਿਆਂ ਦਾ ਨਿਆਂ ਹੈ, ਰੱਬ ਦਾ ਇਹ ਦਸਤੂਰ ਨਹੀਂ। ਜੇ ਇੱਕ ਸਿਉ ਚੁਰਾਉਣ ਲਈ ਬੈਂਤ ਵੱਜਣ ਤਾਂ ਸਾਡੇ ਅਪਰਾਧਾਂ ਦੀ ਕਿੱਡੀ ਕਰੜੀ ਸਜ਼ਾ ਚਾਹੀਦੀ ਹੈ। ਬੁੱਢੀ ਮਾਈ ਚੁੱਪ ਹੋ ਗਈ। ਸੰਤੂ ਨੇ ਉਸ ਨੂੰ ਸਮਝਾਇਆ ਕਿ ਅਸੀਂ ਹੋਰਨਾਂ ਨੂੰ ਮਾਫ਼ ਕਰੀਏ ਤਾਂ ਹੀ ਰੱਬ ਸਾਨੂੰ ਮਾਫ਼ ਕਰੇਗਾ। ਮਾਈ ਨੇ ਆਖਿਆ, ਇਹ ਠੀਕ ਹੈ, ਪਰ ਮੁੰਡੇ ਬਹੁਤ ਵਿਗੜ ਜਾਂਦੇ ਹਨ। ਸੰਤੂ ਨੇ ਆਖਿਆ, ਅਸੀਂ ਉਹਨਾਂ ਨੂੰ ਸਿਖਾਇਆ, ਹੋਰ ਕੀ ਹੈ। ਬੁੱਢੀ ਮਾਈ ਨੂੰ ਆਪਣੇ ਦੋਹਤਰਿਆਂ ਦਾ ਖਿਆਲ ਆ ਗਿਆ ਤੇ ਉਹਨਾਂ ਦੀਆਂ ਗੱਲਾਂ ਕਰਕੇ ਤੁਰਨ ਲੱਗੀ ਤੇ ਟੋਕਰੀ ਸਿਰ ਤੇ ਰੱਖੀ ਕਿ ਇਸ ਮੁੰਡੇ ਨੇ ਅੱਗੇ ਵੱਧ ਕੇ ਆਖਿਆ, ਮਾਈ ਟੋਕਰੀ ਮੈਨੂੰ ਚਾਹ ਦੇ, ਮੈਂ ਇਸੇ ਪਾਸੇ ਜਾਣਾ ਹੈ, ਚੁੱਕੀ ਜਾਵਾਂਗਾ। ਇਸ ਪ੍ਰਕਾਰ ਮਾਈ ਦੀ ਟੋਕਰੀ ਚੁੱਕ ਕੇ ਮੁੰਡਾ ਤੇ ਮਾਈ ਆਪਸ ਵਿੱਚ ਪਿਆਰ ਦੀਆਂ ਗੱਲਾਂ ਕਰਦੇ ਟੁਰ ਗਏ ਤੇ ਸੰਤੂ ਉਹਨਾਂ ਨੂੰ ਤੱਕਦਾ ਖੜਾ ਰਿਹਾ। ਸੰਤੂ ਮੁੜ ਕੰਮ ਤੇ ਆ ਗਿਆ, ਪਰ ਹੁਣ ਸ਼ਾਮ ਹੋ ਚੱਲੀ ਸੀ ਤੇ ਹਨੇਰਾ ਪੈ ਗਿਆ। ਜੁੱਤੀ ਦਾ ਇੱਕ ਪੋਲਾ ਰਹਿੰਦਾ ਸੀ, ਉਸਨੇ ਕੰਮ ਸਾਂਭਿਆ, ਹਥਿਆਰ ਆਪਣੇ ਟਿਕਾਣੇ ਤੇ ਰੱਖੇ, ਦੀਵਾ ਆ ਬਾਲਿਆ ਤੇ ਉਬਲੇ ਹੋਏ ਚਾਵਲ ਛਕ ਕੇ ਸੁਖਮਨੀ ਸਾਹਿਬ ਜੀ ਦਾ ਗੁਟਕਾ ਫੜ ਕੇ ਬੈਠ ਗਿਆ। ਪਰ ਉਸ ਵੇਲੇ ਇਸ ਤਰ੍ਹਾਂ ਦਾ ਖੜਾਕ ਹੋਇਆ ਜਿੱਦਾਂ ਕੋਈ ਉਸਦੇ ਪਿੱਛੇ ਚੱਲਦਾ ਫਿਰਦਾ ਹੋਵੇ। ਉਸਨੇ ਨੀਝ ਲਾ ਕੇ ਵੇਖਿਆ ਤਾਂ ਸ਼ੱਕ ਪਿਆ ਕਿ ਕੋਠੇ ਦੀ ਹਨੇਰੀ ਗੁੱਠ ਵਿੱਚ ਆਦਮੀ ਫਿਰਦੇ ਹਨ। ਆਵਾਜ਼ ਆਈ, ਸੰਤੂ ਮੈਨੂੰ ਪਛਾਣਿਆ ਹੀ, ਕੌਣ ਹਾਂ? ਸੰਤੂ ਨੇ ਹੌਲੀ ਜਿਹੀ ਕਿਹਾ, ਮੈਨੂੰ ਹਨੇਰੇ ਵਿੱਚ ਕੁਝ ਨਹੀਂ ਦਿਸਦਾ। ਇੰਨੇ ਨੂੰ ਹਨੇਰੇ ਵਿੱਚੋਂ ਬਿਸ਼ਨਾ ਨਿਕਲਿਆ ਤੇ ਮੁਸਕਰਾਉਂਦਾ ਹੋਇਆ ਹਨੇਰੇ ਵਿੱਚ ਲੀਨ ਹੋ ਗਿਆ। ਆਵਾਜ਼ ਆਈ, ਇਹ ਮੈਂ ਹਾਂ। ਫਿਰ ਹਨੇਰੇ ਵਿੱਚੋਂ ਬੱਚੇ ਵਾਲੀ ਮਾਈ ਨਿਕਲੀ। ਮਾਈ ਮੁਸਕਰਾਈ ਤੇ ਬੱਚਾ ਖਿੜਖਿੜਾ ਕੇ ਹੱਸਿਆ, ਉਹ ਵੀ ਲੋਪ ਹੋ ਗਏ। ਆਵਾਜ਼ ਆਈ, ਇਹ ਮੈਂ ਹਾਂ। ਬੁੱਢੀ ਮਾਈ ਔਰ ਸਿਓ ਵਾਲਾ ਮੁੰਡਾ ਹਨੇਰੇ ਵਿੱਚੋਂ ਨਿਕਲੇ, ਦੋਵੇਂ ਮੁਸਕਰਾਏ ਤੇ ਲੋਪ ਹੋ ਗਏ ਔਰ ਆਵਾਜ਼ ਆਈ, ਇਹ ਮੈਂ ਹਾਂ। ਸੰਤੂ ਦਾ ਮੁਖੜਾ ਖਿੜ ਗਿਆ ਤੇ ਉਸਦੇ ਦਿਲ ਵਿੱਚ ਖੁਸ਼ੀ ਭਰ ਗਈ। ਉਸਨੂੰ ਯਾਦ ਆ ਗਿਆ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਯੋਹ ਸਭ ਠਾਈ। ਹੁਣ ਜੇ ਕੋਈ ਸੰਤੂ ਨੂੰ ਪੁੱਛੇ ਰੱਬ ਕਿੱਥੇ ਵੱਸਦਾ ਹੈ ਤਾਂ ਉਹ ਪ੍ਰੇਮ ਭਰੀ ਆਵਾਜ਼ ਵਿੱਚ ਬੋਲਦਾ ਹੈ, ਕਹੋ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡੀਠਾ।